ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦੇ ਪਿੰਡ ਪਟੋਲੀ ਵਿੱਚ ਲੱਗੇ ਪੋਲਟਰੀ ਫਾਰਮ ਤੋਂ ਆ ਰਹੀਆਂ ਮੱਖੀਆਂ ਦੇ ਕਾਰਨ ਆਸੇ-ਪਾਸੇ ਦੇ ਪਿੰਡਾਂ ਦੇ ਲੋਕ ਨਰਕ ਭਰੀ ਜ਼ਿੰਦਗੀ ਕੱਟਣ ਨੂੰ ਮਜਬੂਰ ਹਨ। ਉਸ ਸਬੰਧ ਵਿੱਚ ਅੱਜ ਹਲਕਾ ਮੁਕੇਰੀਆਂ ਦੇ ਐਸਡੀਐਮ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਪੋਲਟਰੀ ਫਾਰਮ ਤੇ ਪਹੁੰਚ ਕੇ ਮੌਕਾ ਦੇਖਿਆ ਗਿਆ ਅਤੇ ਮੌਕੇ ਉੱਤੇ ਹੀ ਪੋਲਟਰੀ ਫਾਰਮ ਦੇ ਮਾਲਕ ਨੂੰ ਸਖਤ ਹਦਾਇਤ ਦਿੰਦੇ ਹੋਏ ਕਿਹਾ ਕਿ ਪੋਲਟਰੀ ਫਾਰਮ ਕਾਰਨ ਫੈਲ ਰਹੀਆਂ ਮੱਖੀਆਂ ਦਾ ਜਲਦ ਹੱਲ ਕੱਢਿਆ ਜਾਵੇ। मैं आप भी करी सर, आप ही करी किसी भी प्रॉब्लम ना आवे। कंडीशन कोई ना कर दे, कोई झूठ बोलोगे ਤੁਹਾਨੂੰ ਕੋਈ ਪ੍ਰੋਬਲਮ ਹੈ? ਤੁਸੀਂ ਇੱਥੇ ਆਉਂਦੇ ਹੋ, ਤੁਸੀਂ ਇੱਥੇ ਥੋੜਾ ਰਹਿਣਾ, ਤੁਹਾਨੂੰ ਕੋਈ ਪ੍ਰੋਬਲਮ ਹੈ? अगला कल करोगे आप हूँ तो क्यों नहीं कर देंगे? अज शाम तो करवा दीजिए सर। एक्चुअली वो चले हफ्ते बाद ही करें, रेजिस्टेंस भी गल होगी हफ्ते बाद बोर ही रह गई है। तो अज भी हुआ और डेली हो रहा है, जरूरी है कि करते नवी जरूरी नहीं है घट के रही कि जिंदगी तक टाइम हो रहा पूरा ब्लड फॉलोइंग। तो दिस इज जस्ट अ मैटर ऑफ टाइम। मैं 10 दिन चलो बढ़ा के कहना कि कल हो रही परसों हो रही 2-4 दिन की न्यूट्री फील द डिफरेंस नहीं घट गई। रेफरेंस सर मैं पहले करता रहा, मैं भी गलत सीगा सर, मेरे भी नॉलेज नहीं थी, मैं करता रहा रेफरेंस में सिर्फ मर्जी नहीं थी, भज जाती थी, डबल फोर्स में वापस आ जाती थी यार। वो गल ਇਹਦੇ ਮਤਲਬ ਮੇਰੀ ਗੱਲ ਸੁਣ, ਨਹੀਂ ਮੇਰੀ ਗੱਲ ਇੱਕ ਮਿੰਟ ਰੁਕ ਜਾ ਯਾਰ, ਕਰ ਲੈਣ ਦੋ ਕਿਸੇ ਨੂੰ, ਤੁਸੀਂ ਆਪਣਾ ਹੀ ਵਿੱਚ ਗਿਣਤੀ। ਬਿਲਕੁਲ ਹਰ ਜਗ੍ਹਾ ਇਹੀ ਪ੍ਰੋਬਲਮ ਹੁੰਦੀ ਸਰ, ਇਹ ਨਹੀਂ ਆਉਂਦੀ। ਨਹੀਂ ਮੈਂ ਜੋ ਪਰ ਕਰੰਟਲੀ ਸਰ ਕਾਫੀ ਫਾਰਮ ਤੇ ਚੱਲ ਰਹੀ ਹੈ ਸਰ, ਕਰੰਟਲੀ ਸਰ ਕਾਫੀ ਫਾਰਮ ਹੈ। ਮੈਂ ਤੁਹਾਨੂੰ ਪੋਲਟਰੀ ਫਾਰਮ ਨਾਲ ਗੱਲ ਕਰਾ ਕੇ ਉਹ ਚੀਜ਼ ਤੁਸੀਂ ਸਪਰੇਅ ਕਰ ਦਿਓ, ਗੱਲ ਖਤਮ ਹੋ ਜੂਗੀ ਸਰ। ਮੈਂ ਵੀ ਹੁੰਦੇ ਇੰਡਸਟਰੀ ਤੋਂ, ਤੁਸੀਂ ਦੱਸ ਦੋਗੇ ਡੈਟਲ ਵੀ ਵੈਰੀ ਨਾਈਸ। ਫਿਰ ਇਹਨੂੰ ਕਰਕੇ ਤਾਂ ਆਪਾਂ ਨਿਬੇੜੀਏ, ਆਪਾਂ ਕਹਾਣੀ ਨਾ ਪਾਈਏ। ਮੇਰੀ ਗੱਲ ਸੁਣ, ਪੰਜਾਬ 'ਚ ਕਿੰਨੇ 10,000 15,000 ਕਿੰਨੇ ਪੋਲਟਰੀ ਫਾਰਮ ਨੇ ਸਰ? ਪਰ ਉੱਥੇ ਵੀ ਕਈ ਫਾਰਮਾਂ 'ਚ ਪ੍ਰੋਬਲਮ ਚੱਲ ਰਹੀ ਹੈ। ਕਿਤੇ ਪ੍ਰੋਬਲਮ ਨਹੀਂ, ਕਦੇ ਖਵਾਸ ਨਹੀਂ ਪੜਿਆ ਸੀ, ਕਿਤੇ ਪ੍ਰੋਬਲਮ ਨਹੀਂ ਹੈ। ਕਿਸੇ ਸਬ ਡਿਵੀਜ਼ਨ ਦਾ ਵੀਡੀਓ ਨਹੀਂ ਹੈਗਾ ਜਿੱਥੇ ਪ੍ਰੋਬਲਮ ਆਈ ਹੋਵੇ। ਆਈ ਡੋਨਟ ਵਾਂਟ ਟੂ। ਤੁਸੀਂ ਇਦਾਂ ਕਰੋ, ਦਵਾਈ ਲਿਆਓ, ਸ਼ਡਿਊਲ ਬਣਾਓ, ਠੀਕ ਹੈ। ਸ਼ਡਿਊਲ ਮੈਂ ਭੇਜਣਾ ਹੈਗਾ ਸਰਕਾਰ ਨੂੰ। ਓਕੇ, ਉਹ ਸ਼ਡਿਊਲ ਹੈ ਲੌਂਗ ਟਰਮ ਦੇ ਵਿੱਚ, ਫਿਰ ਇਹਨਾਂ ਤੋਂ ਰਿਪੋਰਟ ਲੈ ਕੇ ਉਹ ਦੇਖਾਂਗੇ ਤੁਹਾਡਾ ਕੀ ਹੱਲ ਕਰਨਾ ਹੈਗਾ। ਸ਼ਾਰਟ ਟਰਮ ਦੇ ਵਿੱਚ ਸ਼ਡਿਊਲ ਬਣਾਓ ਤੁਸੀਂ, ਪਟਵਾਰੀ ਸਾਹਿਬ ਇਹਨਾਂ ਦੇ ਨਾਲ ਲੱਗ ਕੇ ਜੋ ਵੀ ਇਹ ਕਰਦੇ ਨੇ ਪਿਕਚਰਸ ਭੇਜੋ, ਵੀਡੀਓ ਭੇਜੋ ਬਣਾ ਕੇ ਵੀ ਇਹ ਕਿੱਥੇ ਕਰ ਰਹੇ ਨੇ, ਕਿੱਥੇ ਗੰਦ ਹੈਗਾ, ਕਿੱਥੇ ਸਪਰੇਅ ਕਰ ਰਹੇ ਨੇ। ਕੱਲ ਤੋਂ ਬਾਅਦ ਅਗਲਾ ਤੁਹਾਡਾ ਕਦੋਂ ਹੈਗਾ ਪਲਾਨ ਸਪਰੇਅ ਕਰਨ ਦਾ? ਸਰ ਐਵਰੀ ਵੀਕ ਹੈਗਾ ਜੀ। ਹਰ ਇੱਕ ਸਪਰੇਅ ਬਦਲ ਕੇ ਹੁੰਦੀ, ਸੇਮ ਨਹੀਂ ਹੁੰਦੀ, ਬਦਲ ਕੇ ਐਵਰੀ ਵੀਕ ਹੁੰਦਾ, ਬਟ ਰੋਜ਼ ਪੈਚ ਵਰਕ। ਚਲੋ ਉਹ ਸਪਰੇਅ ਤਾਂ ਤੁਸੀਂ ਇੱਥੇ ਕਰਨੀ ਹੈਗੀ, ਠੀਕ ਹੈ। ਇੱਥੇ ਸਪਰੇਅ ਕਰਨ ਦੇ ਨਾਲ ਹੀ ਉੱਥੇ ਤੁਹਾਡਾ ਅਸਰ ਪੈ ਜਾਊਗਾ ਪਿੰਡਾਂ ਦੇ ਵਿੱਚ। ਬਿਲਕੁਲ ਸਰ, ਜੋ ਫਲਾਈ ਜੋ ਬਰੂਡਿੰਗ ਹੀ ਨਹੀਂ ਹੋਊਗੀ, ਜੋ ਫਲਾਈ ਹੋਏਗੀ ਨਹੀਂ ਤੇ ਫਿਰ ਕਿਤੇ ਵੀ ਨਹੀਂ ਹੋਊਗਾ ਪਿੰਡਾਂ ਦੇ ਵਿੱਚ ਯਾਰ। ਪਹਿਲਾਂ ਵੀ ਸਰ ਜਦੋਂ ਹੋਇਆ ਤਾਂ ਮੈਂ ਪਿੰਡਾਂ 'ਚ ਕਿੱਥੇ ਆਇਆ ਸੀ, ਉਹ ਸਰਕਾਰ ਵਾਲੇ ਆਏ ਸੀ, ਦਵਾਈ ਵੀ ਇਨਫੈਕਟ ਮੈਂ ਲੈ ਕੇ ਦਿੱਤੀ ਸੀ, ਮੈਂ ਗੱਲ ਵੀ ਕਰਾਈ ਸੀ ਉਹਦੇ ਨਾਲ। ਪਰ ਉਹ ਹੈਲਥ ਵਾਲੇ ਕਿਹੜੇ ਨੇ ਆਈ ਡੋਂਟ ਨੋ ਕਿ ਉਹਨਾਂ ਨੂੰ ਪਤਾ ਨਹੀਂ, ਪਰ ਉਹ ਕਹਿੰਦੇ ਤਾਂ ਕੋਈ ਅਸਰ ਨਹੀਂ ਹੋਊਗਾ। ਉਹਨਾਂ ਨੇ ਪਹਿਲੇ ਕਹਿ ਦਿੱਤਾ ਸੀ ਫਰੋਮ ਬੈਂਗਲੌਰ ਦੇ ਡਾਕਟਰ, ਪਰ ਕਹਿੰਦੇ ਜੇ ਤੁਸੀਂ ਕਰਾਣੀ ਹੈ ਕਰਾਓ। ਕਹਿੰਦੇ ਮੱਛਰ ਜ਼ਰੂਰ ਮਰਦਾ, ਇਹਦੇ ਨਾਲ ਫਲਾਈ ਨਹੀਂ ਮਰੇਗੀ। ਬਟ ਦੇ ਡਿਡ ਇਟ, ਸ਼ਾਇਦ ਹੁਣ ਕੁਝ ਨਵੀਂ ਆ ਗਈ ਹੋਏ। ਤੁਸੀਂ ਕੱਲ ਨੂੰ ਇੱਥੇ ਕਰਵਾਓ ਜੀ ਇਮੀਡੀਏਟਲੀ, ਫਿਰ ਦੇਖ ਜੇ ਕੋਈ ਨਵੀਂ ਆ ਗਈ ਹੋਏ, ਅਸਰ ਹੋ ਗਈ ਹੋਏ ਤੇ ਆਈ ਡੋਂਟ ਨੋ। ਤੁਸੀਂ ਆਪਣਾ ਜਿਹੜਾ ਹੈਗੇ ਬਣਾ ਕੇ ਸ਼ਡਿਊਲ ਸਾਨੂੰ ਦਿਓ ਵੀ ਤੁਸੀਂ ਕਿਹੜੀ ਦਵਾਈ 18 ਜਾਂ 19 ਤੁਹਾਡੇ ਵੱਲੋਂ ਆਇਆ ਹੋਣਾ ਨਾ ਐਫੀਡੇਵਿਟ। ਹਾਂਜੀ ਬੈਠੇ ਸੀਗੇ ਸਾਰੇ ਮਿਲ ਕੇ ਹੀ ਬਣਿਆ ਸੀਗਾ, ਸਾਰੇ ਸੀਗੇ ਨਾਲ। ਇਹਦਾ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਚਲੋ ਇਹ ਮੱਖੀਆਂ ਦਾ ਤਾਂ ਹੱਲ ਹੁਣ ਜੋ ਸਪਰੇਅ ਕਰਨਾ ਕੋਸ਼ਿਸ਼ ਕਰਾਂਗੇ ਉਹ ਨਾ ਹੋ ਜੇ। ਹੁਣ ਤੁਸੀਂ ਇਸ ਚੀਜ਼ ਨੂੰ ਅਗਲੀ ਸਾਲ ਵੀ ਇਹ ਰਿਪੀਟ ਨਾ ਹੋਵੇ, ਉਹਦੇ ਵਾਸਤੇ ਕੋਈ ਬਣਾ ਲਓ ਪਲਾਨ ਕਿ ਕਿਸ ਤਰ੍ਹਾਂ ਇਹ ਅਗਲੇ ਸਾਲ ਨਾ ਇਹ ਸਾਰਾ ਪ੍ਰੋਸੈਸ ਰਿਪੀਟ ਹੋਵੇ। ਉਹ ਜੇ ਅਗਲੇ ਸਾਲ ਵੀ ਮੈਨੂੰ ਇਦਾਂ ਹੀ ਆਉਣਾ ਪੈਂਦਾ ਫਿਰ ਕੋਈ ਫਾਇਦਾ ਨਹੀਂ ਹੈਗਾ। ਕੋਈ ਡੰਪ ਜਿੱਦਾਂ ਕਹਿੰਦੇ ਫਿਰ ਡੰਪ ਬਣਾ ਲਓ।
ਇਹਦਾ ਕੋਈ ਵੇਸਟੇਜ ਦੀ ਹੈਗੀ ਆ ਬਾਕੀ ਕਿਸੇ ਵੀ ਨਾ ਮੇਰਾ ਲੱਗਦਾ ਇਦਾਂ ਲਾਈਟ ਨਹੀਂ ਲੈਂਦੇ ਨਹੀਂ ਹੈਗੇ ਇੰਨਾ ਆਪਾਂ ਇੰਨਾ ਰੌਲਾ ਪੈਣ ਡਿਆ ਲਾਈਟ ਹੀ ਲੈ ਹੀ ਨਹੀਂ ਰਹੇ ਗੱਲ ਲੰਬੀ ਚੱਲ ਜਾਣੀ ਹੈ ਇਨ ਸ਼ਾਰਟ ਇਹ ਕਿ ਇੰਨੀ ਕਨਫਿਊਜ਼ਨ ਹੈ ਨਾ ਇਸ ਵੇਲੇ ਲਾਈਕ ਹੁਣ ਜੇ ਪੋਲੂਸ਼ਨ ਬੋਰਡ ਦੀ ਗੱਲ ਕਰ ਲਈਏ ਪੋਲੂਸ਼ਨ ਵਾਲੇ ਜੇ ਆਮ ਨਾਟ ਇਵਨ ਰਿਮੈਂਬਰਿੰਗ ਤੁਸੀਂ ਨਾ ਪੋਲੂਸ਼ਨ ਟੈਸਟ ਚਲੋ ਆ ਜਾਂਦੇ ਸਰ ਪ੍ਰੋਬਲਮ ਇਹ ਹੈ ਕਿ ਸੈਂਟਰ ਦੀ ਗਾਈਡਲਾਈਨਸ ਆਰ ਨਾਟ ਮੈਚਿੰਗ ਵਿਦ ਪੰਜਾਬ ਗਾਈਡਲਾਈਨਸ ਇਦਾਂ ਨਹੀਂ ਹੈ ਗੱਲ ਹੋਈ ਸੀ ਹੁਣ ਪਹਿਲੇ ਉਦੋਂ ਗੱਲ ਕਰੇ ਸੀ ਨਹੀਂ ਸ਼ੁਰੂ ਨਹੀਂ ਕੀਤਾ ਜਦੋਂ ਸ਼ੁਰੂ ਕਰਨ ਤੋਂ ਪਹਿਲੇ ਐਨਓਸੀ ਲਈ ਹੋਈ ਹੈ ਪਹਿਲੇ ਸੀਗਾ 10000 ਬਰਡ ਦਾ ਆਪਣਾ 1 ਲੱਖ ਬਰਡ ਤੋਂ ਨੀਚੇ ਜਿਹੜਾ ਉੱਠਿਆ ਉਹਨੂੰ ਪੋਲੂਸ਼ਨ ਦੀ ਲੋੜ ਨਹੀਂ ਸੀ ਬਟ ਚੈਕਿੰਗ ਹੁੰਦੀ ਸੀ ਅਨਬੇਸਿਕ ਟਾਈਮ ਦੀ ਫਿਰ ਉਹਨਾਂ ਨੇ ਚੇਂਜ ਕਰਤਾ 10000 ਬਰਡ ਤੱਕ ਫਿਰ ਅਸੀਂ ਰਿਟ ਵਗੈਰਾ ਪਾਈ ਸੀ ਹਾਈ ਕੋਰਟ 'ਚ ਜੀ ਇਦਾਂ ਦਾ ਕਰਕੇ ਟੂ ਮੈਨੀ ਥਿੰਗਸ ਫॉर ਅ ਸਮਾਲ ਫਾਰਮਰ ਟੂ ਡੂ ਇਟ ਇਜ਼ ਨਾਟ ਪੋਸੀਬਲ ਹੁਣ ਕਿੰਨੇ ਬਰਡਸ ਨੇ ਤੁਹਾਡੇ ਕੋਲ ਹੁਣ ਮੇਰੇ ਕੋਲ ਸਰ ਇੱਥੇ ਬਰਡਸ ਸਰ ਬਹੁਤ ਘੱਟ ਨੇ ਫੈਸਿਲਿਟੀ ਮੇਰੀ ਇਸ ਲਈ ਜਿਹੜੀ ਹੈਗੀ ਇਟਸ ਅਰਾਊਂਡ 85-80,000 ਬਰਡ ਦੀ ਹੈਗੀ ਹੈ ਬਰਡਸ ਘੱਟ ਨੇ ਬਿਕੋਜ਼ ਆਫ ਕਰੋਨਾ ਐਂਡ ਆਲ ਬਹੁਤ ਕੁਝ ਚੱਲ ਰਿਹਾ ਤੇ ਬਟ ਜਿਹੜੀ ਫੈਸਿਲਿਟੀ ਹੈ ਦੈਟ ਇਜ਼ ਅਰਾਊਂਡ 80,000 ਬਰਡ ਦੀ ਹੈਗੀ ਹੈ ਤੇ ਸਰ ਹੁਣ ਇਹਨਾਂ ਨੇ ਕੀਤਾ ਹੁਣ ਸੈਂਟਰ ਨੇ ਕੀਤਾ 25,000 ਦਾ ਸੈਂਟਰ ਕਹਿੰਦੀ ਹੈ ਗਿੱਲਾ ਆਪਣਾ ਡਰਾਈ ਰੱਖੋ ਪੰਜਾਬ ਸਰਕਾਰ ਕਹਿੰਦੀ ਗਿੱਲਾ ਕਰੋ ਸਰ ਗਿੱਲਾ ਜਦੋਂ ਕੀਤਾ ਗਿੱਲਾ ਜਦ ਬਿਲਕੁਲ ਹੀ ਬਗਦਾ ਰੱਖ ਰਹਿਣ ਦਿਓ ਤੇ ਮੱਖੀ ਨਹੀਂ ਬਣਦੀ ਟੋਟਲੀ ਵਾਟਰ ਕਰਦੀ ਪਰ ਜਦੋਂ ਲਿਫਟਿੰਗ ਕਰਨੀ ਹੈ ਤੁਹਾਨੂੰ ਡਰਾਈ ਕਰਨਾ ਪੈਣਾ ਜੇ ਤੁਸੀਂ ਪਿੱਛੇ ਦੇਖਿਆ ਸਰ ਜੋ ਵਗਿਆ ਹੋਇਆ ਉਹ ਡਰਾਈ ਕਰਨ ਲਈ ਸਰ ਕਰਾਇਆ ਹੋਇਆ ਕਿ ਉਹਨੂੰ ਲਿਫਟਿੰਗ ਕਰਾਉਣੀ ਹੈ ਜਦੋਂ ਇੱਕ ਮਿੰਟ ਮੈਨੂੰ ਹੈਗਾ ਇਹਨਾਂ ਕੋਈ ਬੈਰ ਹੈ ਗੱਲ ਸੁਣੋ ਯਾਰ ਦੇਖੋ ਆਪਾਂ ਆਰਗੂ ਕਰਨ ਦੇ ਨਾਲੋਂ ਨਾ ਜੇ ਆਪਾਂ ਜੋ ਇੱਕ ਦੂਜੇ ਨਾਲ ਆਰਗੂ ਕਰਦੇ ਨਾ ਜਿਹੜਾ ਆਰਗੂ ਕਰ ਰਹੇ ਘੰਟਾ ਹੋ ਗਿਆ ਇਹੀ ਗੱਲਾਂ ਕਰਦੇ ਨੇ ਤੁਸੀਂ ਕਿਸੇ ਹੱਲ ਵੱਲ ਵੱਧ ਨਹੀਂ ਰਹੇ ਆਪਾਂ ਜੇ ਪੁਰਾਣੀਆਂ ਗੱਲਾਂ ਉਹੀ ਕਰੀ ਜਾਵਾਂਗੇ ਕਿ ਮੈਂ ਬਿੱਲ ਕਟਾਇਆ ਮੰਨ ਲਿਆ ਦਵਾਈ ਵਰਕ ਨਹੀਂ ਕੀਤੀ ਯਾਰ ਅੱਗੇ ਤਾਂ ਤੁਸੀਂ ਸੋਚੋ ਅੱਗੇ ਕਰਨਾ ਕੀ ਹੈਗਾ ਉਹੀ ਗੱਲਾਂ ਦਾ ਤਾਂ ਕੋਈ ਨਿਚੋੜੀ ਜਾਓ ਤਾਂ ਕੋਈ ਤੁਸੀਂ ਕੁਝ ਕਮਿਟ ਕਰੋ ਫੇਰ ਹੀ ਇਹਦਾ ਹੱਲ ਹੋਊਗਾ ਨਹੀਂ ਦੇਖਣਾ ਤੁਸੀਂ ਕਹਿੰਦੇ ਹੋ ਨਾਲ ਮੈਂ ਸਰ ਨੂੰ ਇਹੀ ਪੁੱਛ ਰਿਹਾ ਅਸੀਂ ਬੈਠੇ ਸੀ ਮੈਂ ਮੈਡੀਸਨ ਦੇ ਵਿੱਚ ਤਾਂ ਹੋ ਗਿਆ ਉਹ ਗੱਲ ਕਰ ਲਾਂਗੇ ਇੱਥੇ ਬੋਲ ਹਰ ਸਾਲ ਆਂਦੀ ਹੈ ਪ੍ਰੋਬਲਮ ਹਰ ਸਾਲ ਇਹਨਾਂ ਨੇ ਸਪਰੇਅ ਕਰਨੀ ਹੈ ਤੇ ਹਰ ਸਾਲ ਪ੍ਰੋਬਲਮ ਦੋ ਵਾਰੀ ਮੱਖੀਆਂ ਸਰਦੀਆਂ 'ਚ ਗਰਮੀਆਂ 'ਚ ਇਦਾਂ ਹੀ ਇਹਨਾਂ ਨੇ ਹੁਣ ਸਪਰੇਅ ਕਰ ਦੇਣੀ ਹੈ ਤੇ ਮੱਖੀਆਂ ਖਤਮ ਤੇ ਫੇਰ ਮਹੀਨੇ ਬਾਅਦ ਇਹੀ ਹਾਲ ਹੋਣਾ ਜੀ ਇਹ 8-10 ਸਾਲ ਹੋ ਗਏ ਇਹ ਡਰਾਮਾ ਚੱਲਦਾ ਜੀ ਹਾਂਜੀ ਇਹ ਅਸੀਂ ਬੰਦ ਹੀ ਕਰਵਾਉਣਾ ਚਾਹੁੰਦੇ ਹਾਂ ਟੋਟਲੀ ਬੰਦ ਹੋਣਾ ਚਾਹੀਦਾ ਹਾਂਜੀ ਹਾਂਜੀ ਤੁਸੀਂ ਉਠੋ ਜੀ ਅਗਲੇ 5 ਸਾਲਾਂ ਵਿੱਚ ਇਹਨਾਂ ਨੇ ਤੁਹਾਨੂੰ ਬਾਰ-ਬਾਰ ਸੱਦਿਆ ਅੱਜ ਤੁਸੀਂ ਉਸ ਤੋਂ ਬਾਅਦ ਹੋਰ ਵੀ ਸਰ ਆ ਸਕਦੇ ਹੋ ਤੇ ਅੱਜ ਇਹਨਾਂ ਨੇ ਇਹ ਸ਼ਰਤਾਂ ਕਰਨ ਤੁਸੀਂ ਜੋ ਵੀ ਕਰੇ ਕੰਦਾ ਕਰਾਓ ਕੁਛ ਵੀ ਕਰਾਓ ਅਗਰ 2-4 ਦਿਨ ਮਹੀਨੇ ਵਾਸਤੇ ਕਰਾ ਸਕਦੇ ਉਸ ਤੋਂ ਬਾਅਦ ਅਗਰ ਫਿਰ ਇਹਨਾਂ ਨੇ ਇਹੀ ਸੋਲੂਸ਼ਨ ਕੀਤਾ ਦੱਸੋ ਵੀ ਇਹਦਾ ਬੰਦ ਕਰਨਾ ਹੀ ਹੈਗਾ ਮੇਨ ਕਰਨਾ ਇਸ ਤੋਂ ਇਲਾਵਾ ਕੋਈ ਵੀ ਹੱਲ ਨਹੀਂ ਹੈਗਾ ਇਹਦਾ ਕੋਈ ਆਪਸ਼ਨ ਨਹੀਂ ਹੈ ਬੰਦ ਕਰਨਾ ਹੀ ਇਹਦਾ ਸਹੀ ਮਾਇਨਾ ਹੈ ਕਿਉਂਕਿ ਬਿਮਾਰੀ ਔਰ ਬੱਚਿਆਂ ਦਾ ਲਾਗੇ ਸਕੂਲ ਹੈ ਪਸ਼ੂਆਂ ਦਾ ਬਿਮਾਰੀ ਬਜ਼ੁਰਗ ਹੈ ਜਿਨ੍ਹਾਂ ਦੀ ਇਹਨਾਂ ਸਾਰਿਆਂ ਦੇ ਬਸ ਇਹ ਮੇਨ ਕੀ ਬੰਦ ਕਰਾਓ ਬੰਦ ਹੋਰ ਕੋਈ ਨਹੀਂ ਸਾਡੇ ਚਲੋ ਪਿੰਡਾਂ ਦੇ ਇੱਕ ਪਿੰਡ ਦੀ ਗੱਲ ਹੈ ਪਟੋਲੀ ਦੀ ਸਾਡਾ ਸਤਮਾ ਹੈਗਾ 5 ਕਿਲੋਮੀਟਰ ਏਰੀਆ ਕਰਾੜੀ ਹੈਗਾ ਤੇ ਜਿਹੜੇ ਇੰਨੇ ਪਿੰਡ 10 ਪਿੰਡ ਹੈਗੇ ਉਹਨਾਂ ਦੇ ਵਿੱਚ ਜਾ ਕੇ ਸੇਮ ਇਦਾਂ ਹੀ ਮੱਖੀਆਂ ਉਹਨਾਂ ਪਿੰਡਾਂ 'ਚ ਵੀ ਹੈਗੀਆਂ ਮਲਨਿਆ ਤੇ ਇਹ ਪਟੋਲੀ ਦੇ ਵਿੱਚ ਸਪਰੇਅ ਕਰਨਗੇ ਕੱਲ ਤੋਂ ਕਰਨਗੇ 2 ਦਿਨ ਬਾਅਦ ਸਾਰਿਆਂ ਪਿੰਡਾਂ 'ਚ ਕਰਾਉਣਾ ਹੈ ਨਹੀਂ ਉਸ ਤੋਂ ਬਾਅਦ ਵੀ ਸਰ ਜੇ ਤੁਸੀਂ ਕਹੋ 1 ਮਹੀਨੇ ਤੋਂ 15 ਦਿਨ ਤੋਂ ਬਾਅਦ ਨਾ ਨਹੀਂ ਰੁਕਦੀਆਂ ਉਦੋਂ ਤੱਕ ਇਹਨਾਂ ਦੀ ਰਿਪੋਰਟ ਆ ਜਾਣੀ ਹੈਗੀ ਮਹਿਕਮਿਆਂ ਦੀ ਠੀਕ ਹੈ ਜੇ ਇਹ ਨਹੀਂ ਨਾਰਮਸ ਫਾਲੋ ਕਰਨਗੇ ਫਿਰ ਅਸੀਂ ਰਿਪੋਰਟ ਸਰ ਨਹੀਂ ਕਰਦੇ 8 ਸਾਲ ਹੋ ਗਏ ਪਹਿਲਾਂ ਮੈਂ ਵੀ ਨਾਲ ਜਾਂਦੀ ਸੀਗੀ ਸਾਰੇ ਆਪਾਂ ਸਾਰੇ ਕਿਤੇ ਗਏ ਸੀਗੇ ਬਾਅਦ ਵਿੱਚ ਇਹਨਾਂ ਨੇ ਜੋ ਸ਼ਰਤਾਂ ਮੰਨੀਆਂ ਸੀ ਸਾਡੇ ਸਾਹਮਣੇ ਹੀ ਮੰਨੀਆਂ ਸੀਗੀਆਂ ਮੈਨੂੰ ਨਹੀਂ ਲੱਗਦਾ 1 ਮਹੀਨੇ ਦੇ ਵਿੱਚ ਵੀ ਨਹੀਂ ਇਹਨਾਂ ਨੇ ਮੰਨੀ ਕੋਈ ਵੀ ਸ਼ਰਤ ਤੁਸੀਂ ਆਪ ਹਿਸਾਬ ਲਾ ਲਓ 9 ਦਾ ਪੋਲਟਰੀ ਫਾਰਮ ਖੁੱਲਿਆ ਪਿਆ ਅੱਜ ਦਿਨ ਤੱਕ ਜਿੱਦਾਂ ਦੱਸੇ ਕੋਈ ਕੰਡੀਸ਼ਨ ਪੂਰੀ ਨਹੀਂ ਹੋਈ ਦੀਵਾਰ ਤੱਕ ਨਹੀਂ ਨਿਕਲੀ ਜੇ ਵੇਸਟ ਵੀ ਕਰਦੇ ਵੇਸਟ ਦਾ ਕੋਈ ਇਹਨਾਂ ਨੇ ਅੱਜ ਦਿਨ ਤੱਕ ਕੋਈ ਨਹੀਂ ਕੀਤਾ ਮੰਨ ਲਓ ਜੇ ਇਹਨਾਂ ਨੇ ਐਡਾ ਵੱਡਾ ਪੋਲਟਰੀ ਫਾਰਮ ਖੋਲਿਆ ਕਮ ਨੇ ਕਮ ਇਹਨਾਂ ਨੇ ਕੋਈ ਟ੍ਰੇਨਿੰਗ ਕੋਈ ਕੁਝ ਕੀਤਾ ਹੀ ਹੋਊਗਾ ਵੀ ਇਹਨੂੰ ਕਿੱਦਾਂ ਆਪਾਂ ਕਰਾਂਗੇ ਫੋਲੋ ਕੋਈ ਚੀਜ਼ ਤਾਂ ਫੋਲੋ ਇਹਨਾਂ ਨੇ ਕੀਤੀ ਨਹੀਂ ਚਲੋ ਇਹ ਤਾਂ ਹੋਏ ਇਨਸਾਨ ਰੋਲਾ ਪਾਤਾ ਇਹਨਾਂ ਨੇ ਕਹਿਤਾ ਸਾਨੂੰ ਆਹ ਪ੍ਰੋਬਲਮ ਤੁਸੀਂ ਸਰ ਪਸ਼ੂ ਦੇਖਿਓ ਜਾ ਕੇ ਉਹਨਾਂ ਦੇ ਖੂਰਾਂ 'ਚ ਦੇਖੋ ਉਹਨਾਂ ਦੇ ਹੱਥਾਂ 'ਚ ਦੇਖੋ ਦੁੱਧ ਤੱਕ ਨਹੀਂ ਦੇ ਰਹੇ ਹੋ ਉਹਨਾਂ ਨੂੰ ਦੇਖੋ ਕਿੰਨੀ ਪ੍ਰੋਬਲਮ ਆਈ ਪਈ ਹੈ ਤੇ ਕੀ ਅਸਰ ਹੈਗਾ ਕੀ ਅਸਰ ਹੈ ਤੁਸੀਂ ਦੱਸੋ ਬੋਲ ਕੇ ਦੱਸੋ ਵੀਰ ਬੋਲੋ ਸੁਣੋ ਇੱਕ ਮਿੰਟ ਸੁਣੋ ਸਾਡੇ ਜਾ ਕੇ ਦੇਖੋ ਮੱਖੀਆਂ ਦੀ ਕੰਡੀਸ਼ਨ ਪੇਰੈਂਟ ਬੁਰੀ ਹਾਲਤ ਹੈ ਰੋਟੀ ਨਹੀਂ ਖਾ ਸਕਦੇ ਬੱਚੇ ਸਾਡੇ ਪੜ੍ਹ ਨਹੀਂ ਸਕਦੇ ਬੱਚੇ ਸਾਡੇ ਫਿਰ ਚਲੇ ਗਏ ਨੂੰ ਸਾਡੀ ਉਹ ਚਲੇ ਗਏ ਵੀ ਰਹਿਣਾ ਕਿੱਥੇ ਤੇ ਅਸੀਂ ਹਿਸਾਬ ਨਾਲ ਆਤਮਾ ਹੱਤਿਆ ਕਰ ਲੈਣੀ ਹੈ ਜ਼ਿਆਦਾ ਕੋ ਹੱਲ ਮੈਨੂੰ ਲਿਖਤੀ ਦੇ ਦਿਓ ਇਹ ਵੀ ਇਹ ਜ਼ਿੰਮੇਵਾਰ ਹੋਣਗੇ ਆਪਾਂ ਜੇ ਸਰ ਗੱਲ ਫੋਟੋ ਇਹਨੇ ਮੌਕਾ ਦੇਖਣਾ ਜੀ ਸਾਨੂੰ ਪਹਿਲੇ ਨੰਬਰ ਤੇ ਤਾਂ ਅਸੀਂ ਬਹੁਤ ਖੁਸ਼ੀ ਹੋਈ ਕਿ ਸਾਡੇ ਕੋਲ ਐਸਡੀਐਮ ਸਾਹਿਬ ਇੱਥੇ ਪਹੁੰਚੇ ਨਾ ਜੀ ਹਾਲਾਤ ਸਾਡੇ ਜਿਹੜੇ ਨੇ ਸਿਰ ਉਹ ਇੱਕ ਨਰਕੇ ਜੀਵਨ ਜੀਆ ਨੇ ਮੌਕੇ ਦੇ ਹਾਲਾਤ ਦੇ ਹਿਸਾਬ ਨਾਲ ਮੇਰੀਆਂ ਇਸ ਲਈ ਮੌਕੇ ਨਹੀਂ ਇੱਥੇ 3 ਛੋਟੀਆਂ ਦੁਕਾਨਾਂ ਨੇਗੀਆਂ ਪਰ ਬੇਲਣਾ ਰਸਦਾ ਮੇਰਾ ਉਹ ਅੱਜ ਪਿਛਲੇ 10 ਦਿਨ ਤੋਂ ਬੰਦ ਪਿਆ ਹੈ ਨਹੀਂ ਤੇ ਤੁਸੀਂ ਮੌਕੇ ਦੀ ਉਹ ਕੰਡੀਸ਼ਨ ਦੇਖ ਸਕਦੇ ਹੋ ਉਹਦੇ ਥੱਲੇ ਮੱਖੀਆਂ ਦਾ ਢੇਰ ਲੱਗਿਆ ਰਹਿੰਦਾ ਹਰ ਵਕਤ
ਸਬਜ਼ੀ ਦੀ ਦੁਕਾਨ ਹੈ, ਵਧੀਆ ਸੌਦਾ ਲਿਆ ਕੇ ਲਿਆਈਦਾ, ਪਰ ਮੱਖੀਆਂ ਦੇ ਕਾਰਨ ਸੌਦਾ ਲਗਾ ਵੀ ਨਹੀਂ ਸਕਦੇ। ਕੀ ਕਾਰਨ ਹੈ ਜਿਹੜਾ ਮੱਖੀਆਂ ਇੱਥੇ ਇੰਨੀਆਂ ਹੈ? ਮੱਖੀਆਂ ਦਾ ਕਾਰਨ ਸਭ ਤੋਂ ਵੱਡਾ ਸਾਡੇ ਇੱਥੇ ਇੱਕ ਪੋਲਟਰੀ ਫਾਰਮ ਹੈ ਜੀ, ਜੋ ਕਿ ਪਿਛਲੇ 10 ਸਾਲ ਤੋਂ ਚੱਲ ਰਿਹਾ, ਲੇਕਿਨ ਜਿਹਦੀ ਮੇਜਰ ਪ੍ਰੋਬਲਮ ਸਾਨੂੰ ਪਿਛਲੇ 5 ਸਾਲ ਤੋਂ ਜ਼ਿਆਦਾ ਆ ਰਹੀ ਹੈ, ਜਿਹਦੀ ਵਜ੍ਹਾ ਨਾਲ ਅਸੀਂ ਇੰਨੇ ਕੁ ਜ਼ਿਆਦਾ ਪਰੇਸ਼ਾਨ ਹੈ ਕਿ ਇਸ ਵੇਲੇ ਲਫ਼ਜ਼ਾਂ ਵਿੱਚ ਬਿਆਨ ਕਰਨਾ ਜਿਹੜਾਗਾ ਉਹ ਵਾਰਾ ਹੋ ਚੁੱਕਿਆ ਹੈਗਾ। ਤੁਸੀਂ ਹੁਣ ਕੀ ਚਾਹੁੰਦੇ ਹੋ? ਠੀਕ ਹੈ ਨਾ, ਅਸੀਂ ਸਾਡਾ ਲਾਸਟ ਸਾਡੀ ਪਬਲਿਕ ਦਾ, ਸਾਡੇ ਪਿੰਡਾਂ ਦਾ, ਸਾਡੇ ਮਹੱਲੇ ਦਾ, ਸਾਰਿਆਂ ਦੇ ਇਸ ਲਈ ਇੱਕੋ ਹੀ ਸਹਿਯੋਗ ਦਾ ਕਿ ਇਹ ਬੰਦ ਹੋਣਾ ਚਾਹੀਦਾ, ਕਿਉਂਕਿ ਸਪਰੇਅ ਦਾ ਸਾਨੂੰ ਬਹਾਨਾ ਲਾ ਲਾ ਕੇ ਅਸੀਂ ਥੱਕ ਚੁੱਕੇ ਹਾਂ। ਸਾਡਾ ਮੇਨ ਹੱਲ ਹੁਣ ਇਸ ਲਈ ਇਹੀ ਹੈ ਕਿ ਇਹਨੂੰ ਬੰਦ ਕੀਤਾ ਜਾਏ। ਅਸੀਂ ਐਸਡੀਐਮ ਸਾਹਿਬ ਦੇ ਅੱਗੇ ਵੀ, ਡੀਸੀ ਸਾਹਿਬ ਦੇ ਅੱਗੇ, ਸੀਐਮ ਸਾਹਿਬ ਦੇ ਅੱਗੇ ਵੀ ਇਹੀ ਗੁਜ਼ਾਰਿਸ਼ ਕਰ ਰਹੇ ਹਾਂ ਕਿ ਬੇਨਤੀ ਹੈ ਉਹਨਾਂ ਨੂੰ ਕਿ ਜਾਂ ਜਿੱਦਾਂ ਐਸਡੀਐਮ ਸਾਹਿਬ ਸਾਡਾ ਮੌਕਾ ਦੇ ਕੇ ਗਏਣਗੇ, ਡੀਸੀ ਸਾਹਿਬ ਸਾਡੇ ਮੌਕਾ ਦੇ ਕੇ ਜਾਣ ਤਾਂ ਪ੍ਰੋਪਰ ਇਸ ਬੰਦੇ ਦਾ ਜੋ ਫਾਰਮ ਹੈ ਨਾ ਪ੍ਰਾਈਵੇਟ ਬੇਸ ਤੇ ਚੱਲ ਰਿਹਾ ਬੰਦ ਕੀਤਾ ਜਾਏ। ਸਰ ਅੱਜ ਇੱਕ ਖਬਰ ਪ੍ਰਕਾਸ਼ਿਤ ਹੋਈ, ਉਸ ਤੋਂ ਬਾਅਦ ਅੱਜ ਤੁਸੀਂ ਮੌਕਾ ਦੇਖਣ ਆਏ ਹੋਏ ਪੋਲਟਰੀ ਫਾਰਮ ਦਾ, ਕੀ ਮਾਮਲਾ ਪੂਰਾ ਦੱਸ ਦੇ। ਇਹਦੇ ਵਿੱਚ ਜੀ ਇੱਥੇ ਕੋਈ ਪੋਲਟਰੀ ਫਾਰਮ ਹੈਗਾ, ਉਹਦੇ ਵਿੱਚ ਜੋ ਵੀ ਪੋਲੂਸ਼ਨ ਦੇ ਨੋਰਮਸ ਨੇ ਇੱਥੋਂ ਲੱਗਦਾ ਹੈਗਾ ਕਿ ਉਹ ਪੋਲੂਸ਼ਨ ਦੇ ਨੋਰਮ ਸੈਟੀਸਫਾਈ ਨਹੀਂ ਕਰਦਾ। ਅਸੀਂ ਕੰਸਰਨਡ ਮਹਿਕਮਿਆਂ ਤੋਂ, ਐਨੀਮਲ ਹਸਬੈਂਡਰੀ ਤੋਂ, ਪੋਲੂਸ਼ਨ ਕੰਟਰੋਲ ਬੋਰਡ ਤੋਂ ਤੇ ਨਾਲ ਬਾਕੀ ਹੋਰ ਹੈਲਥ ਤੋਂ ਇਹਨਾਂ ਦੀ ਰਿਪੋਰਟਸ ਲੈ ਲਈ ਹੈਗੀ ਤੇ ਇਹਨਾਂ ਨੂੰ ਇੰਸਟਰਕਟ ਕੀਤਾ ਹੈਗਾ ਵੀ ਜੋ ਵੀ ਨੋਰਮ ਦੇ ਫੋਲੋ ਕਰਦੇ ਨੇ ਉਹਨੂੰ ਨੋਰਮ ਨੂੰ ਸਟ੍ਰਿਕਟਲੀ ਫੋਲੋ ਕਰਨ ਤੇ ਪਿੰਡ ਦੇ ਵਿੱਚ ਜੋ ਵੀ ਮੱਖੀਆਂ ਦੀ ਆਲੇ ਦੁਆਲੇ ਪਿੰਡਾਂ ਦੇ ਵਿੱਚ ਮੱਖੀਆਂ ਦੀ ਪ੍ਰੋਬਲਮ ਆ ਰਹੀ ਉਹਨੂੰ ਤੁਰੰਤ ਇਹਦਾ ਹੱਲ ਕਰਾਂਗੇ। ਇਹਨਾਂ ਨੂੰ ਵੀ ਇੰਸਟਰਕਟ ਕਰਤਾ ਹੈਗਾ ਕਿ ਆਪਣੇ ਜੋ ਵੀ ਪਿਟਸ ਵਗੈਰਾ ਨੇ, ਜੋ ਵੀ ਇਹਨਾਂ ਦੇ ਪੋਲੂਸ਼ਨ ਦੇ ਨੋਰਮਸ ਨੇ ਉਹ ਫੋਲੋ ਕਰਨ, ਅਦਰਵਾਈਜ਼ ਸੰਬੰਧਿਤ ਕਾਰਵਾਈ ਕੀਤੀ ਜਾਵੇ। ਜਿਸ ਤਰ੍ਹਾਂ ਹਾਈਜੀਨ ਦਾ ਗੱਲ ਕਰੀਏ, ਹਾਈਜੀਨ ਤਾਂ ਬਿਲਕੁਲ ਵੀ ਨਹੀਂ ਹੈ। ਸਾਡੇ ਤੁਹਾਡੇ ਵੱਲ ਮੌਕਾ ਦੇਖਿਆ ਗਿਆ, ਬਟ ਲੋਕੀ ਬਹੁਤ ਪਰੇਸ਼ਾਨ ਹੋ ਰਹੇ, ਆਸ-ਪਾਸ 20 ਤੋਂ 25 ਪਿੰਡ ਪ੍ਰਭਾਵਿਤ ਨੇ। ਇਸ ਸੰਬੰਧੀ ਅਸੀਂ ਹੈਲਥ ਮਹਿਕਮੇ ਤੋਂ ਵੀ ਸੰਬੰਧਿਤ ਰਿਪੋਰਟ ਮੰਗ ਲਈ ਹੈਗੀ ਵੀ ਕਿ ਇਹ ਜਿਹੜੀਆਂ ਮੱਖੀਆਂ ਦਾ ਸੰਬੰਧਿਤ ਪਿੰਡਾਂ ਦੇ ਲੋਕਾਂ ਤੇ ਜਾਂ ਖਾਸ ਕਰ ਬੱਚਿਆਂ ਦੇ ਕੀ ਅਸਰ ਹੋ ਰਿਹਾ ਹੈਗਾ, ਉਸ ਸੰਬੰਧੀ ਅਸੀਂ ਇਹਦੀ ਬਣਾ ਕੇ ਰਿਪੋਰਟ ਸਰਕਾਰ ਨੂੰ ਵੀ ਭੇਜਾਂਗੇ ਤੇ ਪੋਲੂਸ਼ਨ ਮਹਿਕਮੇ ਤੋਂ ਵੀ ਰਿਪੋਰਟ ਲੈ ਕੇ ਬਣਦੀ ਕਾਰਵਾਈ ਇੱਥੇ ਕੀਤੀ ਜਾਵੇ। ਸਰ ਇੰਦਾ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਰਿਪੋਰਟਾਂ ਆਣਗੀਆਂ, ਜੇ ਨੋਰਮਸ ਫੋਲੋ ਨਹੀਂ ਕਰਦੇ ਹੋਏ ਤੇ ਨੋਰਮਸ ਫੋਲੋ ਨਹੀਂ ਕਰਦੇ ਫਿਰ ਜੋ ਜਿੱਦਾਂ ਕਮਿਟਮੈਂਟ ਕੀਤੀ ਗਈ ਨਹੀਂ ਪੂਰਾ ਨਹੀਂ ਕਰਦੇ, ਕੀ ਕਾਰਵਾਈ ਹੋਗੀ? ਜੇ ਇਹ ਨੋਰਮਸ ਫੋਲੋ ਨਹੀਂ ਕਰਦੇ ਤਾਂ ਸੰਬੰਧਿਤ ਮਹਿਕਮਾ ਇਹਨਾਂ ਦੇ ਖਿਲਾਫ ਕਾਰਵਾਈ ਕਰਕੇ ਇਹਨਾਂ ਨੂੰ ਕੱਲ ਨੂੰ ਜੋ ਵੀ ਇਹਦੇ ਸੰਬੰਧਿਤ ਐਸ ਪਰ ਪੰਜਾਬ ਪੋਲੂਸ਼ਨ ਕੰਟਰੋਲ ਐਕਟ ਜੋ भी संबंधित कार्रवाई वो करेंगे। ठीक है जी। सेंट मेरी भटोली स्कूल को रिप्रेजेंट करते हुए सभी पेरेंट्स को बधाई देता हूं कि हमारा ये वार्षिक साल एकेडमिक ईयर हमारा 2021-22 ख़त्म होने जा रहा है। रिजल्ट्स जल्दी अनाउंस हो जाएंगे और पेरेंट्स को आग्रह करूंगा और अपील करूंगा, जो लॉसेस हमारे कोविड के टाइम में हो गए बच्चों के, जो उनका एकेडमिक लॉस हो गया, अब उसको रिकवर करने का टाइम है। ये स्कूल ICSE सिलेबस के ऊपर चलता है, ICSE करिकुलम है, जो कि वर्ल्ड में सबसे उम्दा माना जाता है, वन ऑफ द बेस्ट सिलेबस ऑफ द वर्ल्ड। इसके साथ साथ ये स्कूल डे बोर्डिंग भी है, जिसमें बच्चों का काम हम स्कूल में ही ख़त्म करवा के बच्चों को घर में भेजते हैं। बच्चे के ऊपर वर्कलोड नहीं होता, बच्चे के पास स्ट्रेस नहीं होता। हमारी बुक्स अनमैच्ड हैं, हमारा करिकुलम अनमैच्ड है, हमारे मेंटर्स जो टीचर्स हैं वो एकदम एक्विप्ड होते हैं, उनकी ट्रेनिंग सेशंस, उनके कंसेप्ट्स एकदम क्लियर होते हैं। कैंपस ए क्लास कैंपस है हमारा, सबसे बढ़िया फैसिलिटीज़ हम कैंपस के अंदर स्टूडेंट्स को देते हैं। हमारे बच्चे स्कूल कैंपस के अंदर सेफ एंड सिक्योर होते हैं, बिल्कुल 24 आवर उनकी गाइडेंस होती है और उनके गार्ड्स जो बाहर बैठे हैं वो उनको केयर टेक करते हैं ताकि कोई बाहर से पर्सन इन बिटवीन अंदर ना जा सके। बच्चों के इन एंड आउट के ऊपर प्रॉपर ध्यान रखा जाता है। सेफ्टी एंड सिक्योरिटी हमारा प्राइम मोटिव है, क्योंकि पेरेंट्स अपने बच्चों को बड़ी दूर दूर से हमारे पास भेजते हैं पढ़ाने के लिए, तो उनको नहीं पता बच्चा कैंपस में आ गया वो क्या कर रहा है, वो ड्यूटी हमारी बन जाती है। कोविड के टाइम में जो लॉसेस हो गए अब उसको रिकवरी करने का टाइम है। जहाँ जहाँ जो भी बच्चे हैं जो कोविड के टाइम में अलग अलग कारणों के कारण स्कूल छोड़ गए या दूसरे स्कूल से छोड़ के गए, हम उनको स्कूल में एडमिशन देने के लिए बैठे हैं। स्कूल में बड़े जोरों पर एडमिशन्स हो रही हैं, लोग आकर अपने टेस्ट करवा रहे हैं। जो बच्चा जिस कैपेसिटी का, जिस कैपेबिलिटी का, जिस क्लास में फिट होता है, हम मैक्सिमम पॉसिबल करते हैं कोशिश अपनी तरफ से कि बच्चे को सेम क्लास में या नेक्स्ट क्लास में ही एडमिशन दे दी जाए। बाकी आप एक बार कैंपस में विज़िट करिए, कैंपस में विज़िट करने के बाद आपको डिफरेंस पता चलेगा, फ़र्क पता चलेगा कि इस स्कूल का और बाकी स्कूलों का क्या फ़र्क है। सभी स्कूल अपनी तरफ से बेस्ट पॉसिबल एफर्ट करके बेस्ट पॉसिबल काम करते हैं। मैं इसके लिए सभी स्कूल्स का और सभी अभिभावकों का, सभी पेरेंट्स का धन्यवाद करता हूँ। लेकिन हमारे पेरेंट्स जो हैं उनकी हमें एक्स्ट्रा सपोर्ट और एक्स्ट्रा कोऑपरेशन रहती है, सिर्फ इसलिए क्योंकि हम यहाँ पर अपनी ड्यूटीज़ बखूबी करते हैं।
सेंट मेरी स्कूल की फ़ीस बड़ी नॉमिनल है, बड़ी साधारण फीस है। आईसीएसई करिकुलम होते हुए भी, जैसे बाकी सब शहरों में इतने स्कूल हैं आईसीएसई, उनके होते हुए भी हम यहाँ की फ़ीस हमने बड़ी मॉडरेट रखी है, बड़ी कम स्कूल की फ़ीस है, ताकि सारे पेरेंट्स उसको अफोर्ड कर सकें और अकोमोडेट हो सकें स्कूल कैंपस के अंदर। एक बार आके फ़ीस स्ट्रक्चर देखिए, हमारा करिकुलम देखिए, बुक्स देखिए, हमारा कैंपस विजिट करिए, आपको डिफरेंस पता चले कि सेंट मेरी स्कूल इस एरिया का बेहतरीन स्कूल कैसे है, क्योंकि हम यहाँ पर अपनी ड्यूटीज़ बखूबी करते हैं। बच्चों का एकेडमिक लेवल, एकेडमिक करिकुलम और उनका मेंटल लेवल कहीं ज़्यादा फार बेटर है। हम बच्चा आज के लिए प्रिपेयर नहीं कर रहे हैं, हम बच्चा आने वाले 15 ईयर्स बाद जो बच्चा कम्पिटिटिव लेवल में अपने एक जगह पे कम्पिटिटिव लेवल में खड़ा होगा, जब अपने लेवल पे जाके जॉब करेगा, कहीं अपनी जॉब अपॉर्चुनिटी देखेगा, उस लेवल के लिए कंसिडर करके हम बच्चे को रेडी करते हैं। तो आप कैंपस में एक बार विजिट करिए, हम आपका सहयोग करेंगे, जो भी मैक्सिमम पॉसिबल कोशिश हो पाएगी वो आपके हित में हो।